Hello students, how are you? Welcome to your botany lecture. Beta, today we will start leaf. It's very simple chapter. Leaf, as we all know that is a green, flat, thin, expanded appendage ਹੁੰਦਾ ਆ born at the node and bears a bud in its axil. It is exogenous in origin, मतलब ਬਾਹਰੋਂ ਹੀ ਅਰਾਈਜ਼ ਕਰਦਾ ਆ ਇਹ ਔਰ green color ਜਿਹੜਾ leaf ਦਾ ਹੁੰਦਾ due to the presence of a pigment called chlorophyll which helps in synthesizing own food ਹੈ ਨਾ ਤੇ green photosynthetic leaves of plants ਇਹਨੂੰ ਅਸੀਂ ਕਹਿੰਦੇ ਆ foliage। अगर करैक्टर्स ऑफ लीफ देखिए तो एक दो करैक्टर्स तो आप पढ़ ही लए कि इट इज़ बॉर्न एट द नोड ऑफ स्टैम और ये जड़े एक्सोजिनस इन ओरिजिन आ इट्स ग्रोथ इज़ लिमिटेड लीव्स डू नॉट पोजेसेस एनी एपिकल बड इट इज़ मेड अप ऑफ 3 पार्ट्स लीफ बेस पीटियोल एंड लीफ लैमिना। इस तो इलावा थल्ले जिथों लीफ अराइज करती है स्टैम तो उत्थे स्टिप्यूल्स प्रेजेंट होंदे आ। टर्न बाय टर्न वी विल रीड द पार्ट्स ऑफ लीफ। फर्स्ट इज लीफ बेस, इनू हाइपोडियम भी कहते हैं। बेसल पार्ट ऑफ लीफ बाय विच इट इज़ अटैच टू द स्टैम इनू असी कहने लीफ बेस। नाउ लुक एट दिस पिक्चर, यू विल क्लियर द स्ट्रक्चर ऑफ लीफ। आह स्टैम ਦਾ ਪਾਰਟ ਆ, ਇੱਥੋਂ ਲੀਫ ਜਿਹੜੀ ਆ ਜਿਹੜੀ ਟਵਿਗ ਦੇ ਥਰੂ ਲੀਫ ਜੁੜੀ ਹੁੰਦੀ ਆ ਵਿਦ ਦ ਸਟੈਮ ਉਹਨੂੰ ਅਸੀਂ ਕਹਿੰਦੇ ਆ ਪੀਟੀਓਲ ਔਰ ਬੇਸ 'ਤੇ ਸਟੈਮ ਤੋਂ ਜਿੱਥੋਂ ਲੀਫ ਅਰਾਈਜ਼ ਕਰਦੀ ਆ ਜਾਂ ਪੀਟੀਓਲ ਅਰਾਈਜ਼ ਕਰਦਾ ਆਊਟ ਗਰੋਥਸ ਪ੍ਰੈਜ਼ੈਂਟ ਹੁੰਦੀਆਂ ਜਿਹਨੂੰ ਆਪਾਂ ਕਹਿੰਦੇ ਆ ਸਟਿਪਿਊਲ। ਹੁਣ ਜਿਹੜਾ ਆਹ ਜਿੱਥੇ ਪੀਟੀਓਲ ਤੇ ਲੀਫ ਲੱਗਿਓ ਹੁੰਦੀ ਆ ਜੁੜੀਓ ਹੁੰਦੀ ਆ ਉਹਨੂੰ ਲੀਫ ਬੇਸ ਕਹਿੰਦੇ ਆ। ਸੈਂਟਰ ਦੇ ਵਿੱਚ ਆ ਵੇਨਲੈਟਸ ਪ੍ਰੈਜ਼ੈਂਟ ਹੁੰਦੇ ਆ। ਲੀਫ ਜਿਹੜੀ ਆ ਉਹ ਲੋਬਡ ਵੀ ਹੋ ਸਕਦੀ ਆ, ਵਾਲੀ ਲੋਬਡ ਲੀਫ ਆ। ਟਿਪ ਆਫ ਲੀਫ ਇਜ਼ ਕਾਲਡ ਐਸ ਅਪੈਕਸ ਤੇ ਜਿਹੜਾ ਆਹ ਅਪੈਕਸ ਤੋਂ ਨੀਚੇ ਵਾਲਾ ਪਾਰਟ ਹੁੰਦਾ ਟੂਵਰਡਸ ਦਾ ਸੈਂਟਰ ਇਹਨੂੰ ਲਿੰਬ ਕਹਿੰਦੇ ਆ। ਦੋ ਲੋਬਸ ਦੇ ਵਿਚਕਾਰ ਜਿਹੜੀ ਜਗ੍ਹਾ ਹੁੰਦੀ ਆ ਜਾਂ two lobe part between two lobes is called as sinus। ਤੇ ਇਹ ਸਾਈਨਸ ਹੋਇਆ ਜਿਹੜੀ ਆਹ ਪੈਰੀਫਰੀ ਆ ਐਜ ਆਫ ਲੀਫ ਇਹਨੂੰ ਆਪਾਂ ਕਹਿੰਦੇ ਆ ਮਾਰਜਿਨ ਤੇ ਜਿਹੜਾ ਐਕਸਪੈਂਡਡ ਪਾਰਟ ਆ ਪੂਰਾ ਫੈਲਿਆ ਹੋਇਆ ਪਾਰਟ ਆ ਲੀਫ ਦਾ ਇਹਨੂੰ ਕਹਿੰਦੇ ਆ ਲੀਫ ਲੈਮਿਨਾ। ਹੁਣ ਲੀਫ ਜਿਹੜਾ ਲੈਮਿਨਾ ਆ ਉਹਨੂੰ ਇਪੀਪੋਡੀਅਮ ਵੀ ਕਹਿੰਦੇ ਆ। ਇਹ ਤੁਸੀਂ ਦੋਨੋਂ ਨਾਮ ਯਾਦ ਰੱਖਣੇ ਆ। ਲੀਫ ਜਿਹੜੀ ਆ ਉਹਨੂੰ ਜਿਹੜਾ ਉਹਦਾ ਅੱਪਰ ਪਾਰਟ ਹੁੰਦਾ ਆ ਮਤਲਬ ਜਿਹੜਾ ਸਰਫੇਸ ਫੇਸਿੰਗ ਟੂਵਰਡਸ ਦਾ ਸਟੈਮ ਉਹਨੂੰ ਆਪਾਂ ਕਹਿੰਦੇ ਆ ਅਡੈਕਸ਼ੀਅਲ ਸਰਫੇਸ, ਇਹ ਤੁਸੀਂ ਯਾਦ ਰੱਖਣਾ ਹੀ ਹੈ। ਤੇ ਵੈਂਟਰਲ ਸਰਫੇਸ differs in structure from its lower surface। ਜਿਹੜਾ lower surface ਆ ਜਾਂ dorsal surface ਆ ਉਹਨੂੰ ਆਪਾਂ abaxial surface ਕਹਿੰਦੇ ਆ। ਇਹ ਤੁਸੀਂ ਖਾਸ ਧਿਆਨ ਰੱਖਣਾ, ਬਸ ਇਹ 'ਚ ਇਹੀ ਇੱਕ ਯਾਦ ਕਰਨ ਵਾਲੀ ਚੀਜ਼ ਹੈ। ਅਗਰ ਲੀਫ ਦੇ ਦੋਨੋਂ ਜਿਹੜੇ ਸਰਫੇਸਿਸ ਆ ਉਹ ਸੇਮ ਹੋਣ ਮਤਲਬ ਤੁਸੀਂ ਉਹ 'ਚ ਪਹਿਚਾਣ ਨਾ ਸਕੋ ਕਿ ਅੱਪਰ ਕਿਹੜਾ ਲੋਅਰ ਕਿਹੜਾ ਆ, ਉਸ ਤਰ੍ਹਾਂ ਦੀ ਲੀਫ ਨੂੰ ਆਪਾਂ ਆਈਸੋਬਾਇਲੇਟਰਲ ਲੀਫ ਕਹਿੰਦੇ ਆ। ਹੁਣ ਇਹਦੇ ਵਿੱਚ ਇੰਪੋਰਟੈਂਟ ਹੈਗਾ ਆ ਫਿਲੋਟੈਕਸੀ। ਫਿਲੋਟੈਕਸੀ ਦਾ ਮਤਲਬ ਹੁੰਦਾ ਆ ਮੋਡ ਆਫ ਅਰੇਂਜਮੈਂਟ ਆਫ ਲੀਵਸ ਔਨ ਦਾ ਸਟੈਮ ਐਂਡ ਬ੍ਰਾਂਚਿਸ। ਮਤਲਬ ਸਟੈਮ ਔਰ ਬ੍ਰਾਂਚ 'ਤੇ ਲੀਵਸ ਕਿੱਦਾਂ ਅਰੇਂਜਡ ਆ ਉਹਨੂੰ ਆਪਾਂ ਕਹਿੰਦੇ ਆ ਫਿਲੋਟੈਕਸੀ। ਇਹ ਡਿਫਰੈਂਟ ਤਰ੍ਹਾਂ ਦੀ ਹੁੰਦੀ ਆ। ਫੋਰ ਐਗਜ਼ਾਮਪਲ ਹੁਣ ਤੁਸੀਂ ਆ ਡਾਇਗਰਾਮ ਦੇ ਵਿੱਚ ਦੇਖੋ ਕਿ ਫਸਟ ਇਜ਼ ਆਲਟਰਨੇਟ, ਇਹ ਵੀ ਦੋ ਤਰ੍ਹਾਂ ਦੀ ਹੋਏਗੀ। ਜੇ ਤੁਸੀਂ ਧਿਆਨ ਨਾਲ ਦੇਖੋ ਇੱਕ ਆਪਾਂ ਨੂੰ ਕਾਮਨ ਮਿਲ ਜਾਂਦੀ ਆ ਆਮ ਦੇਖਣ ਨੂੰ ਤੇ ਦੂਸਰੀ ਜਿਹੜੀ ਆ ਉਹ ਆਪਾਂ ਨੂੰ ਕਿਤੇ ਕਿਸੇ ਕਿਸੇ ਲੀਵਸ ਦੇ ਵਿੱਚ ਦੇਖਣ ਨੂੰ ਮਿਲਦੀ ਆ। ਫਸਟ ਜਿਹੜੀ ਆ ਉਹ ਹੈਗੀ ਆ ਆਲਟਰਨੇਟ। ਆਲਟਰਨੇਟ ਵੀ ਜਿਹੜੀ ਆ ਦੋ ਤਰ੍ਹਾਂ ਦੀ ਹੋਏਗੀ। ਇਹਦੇ ਵਿੱਚ ਜਿਹੜਾ ਇੱਕੋ ਹੀ ਡਾਇਗਰਾਮ ਆ, ਦੂਸਰਾ ਡਾਇਗਰਾਮ ਹੈ ਨੀਗਾ। ਜਿਹੜੀ ਜਿਹਦੇ ਵਿੱਚ ਲੀਵਸ ਜਿਹੜੀਆਂ ਅਰੇਂਜਡ ਹੁੰਦੀਆਂ ਆਲਟਰਨੇਟਿਵਲੀ। ਆ ਦੇਖੋ ਆਲਟਰਨੇਟਿਵਲੀ ਅਰੇਂਜਡ ਆ
ਪਰ ਸਪਾਇਰਲੀ ਅਰੇਂਜਡ ਹੋਣਗੀਆਂ, ਆਲਟਰਨੇਟਲੀ ਵੀ ਸਪਾਇਰਲੀ ਅਰੇਂਜਡ ਹੁੰਦੀਆਂ। ਇਹ ਕਾਮਨ ਆ, ਇਹਨਾਂ ਨੂੰ ਆਪਾਂ ਕਹਿੰਦੇ ਹਾਂ ਆਲਟਰਨੇਟਲੀ ਸਪਾਇਰਲ। ਸੈਕਿੰਡ ਤਰ੍ਹਾਂ ਦੀ ਹੋਏਗੀ ਆਲਟਰਨੇਟ ਡਿਸਥਿਕਸ ਜਾਂ ਫਿਰ ਬਾਈਫੇਰਸ, ਜਿਹਦੇ ਵਿੱਚ ਲੀਵਸ ਆਲਟਰਨੇਟਲੀ ਤਾਂ ਅਰੇਂਜਡ ਹੁੰਦੀਆਂ ਹੀ ਆ, ਪਰ 2 ਰੋਜ਼ ਸਾਨੂੰ ਦਿਖਣਗੇ। ਜਿੱਦਾਂ ਇਹਦੇ ਵਿੱਚ 1 ਰੋ ਦਿਖ ਰਹੀ ਆ, ਤਾਂ ਇਸ ਤਰ੍ਹਾਂ ਲੀਵਸ ਵਿਚਕਾਰ ਇੱਦਾਂ ਲੱਗੀਆਂ ਹੋਣਗੀਆਂ ਹੋਰ ਦੋਨੋਂ ਪਾਸੇ, ਕਿ ਤੁਹਾਨੂੰ 2 ਲਾਈਨਾਂ 2 ਕਤਾਰਾਂ 'ਚ ਲੀਵਸ ਆਲਟਰਨੇਟਲੀ ਅਰੇਂਜਡ ਦਿਖਣਗੀਆਂ। ਇਹ ਰੇਅਰ ਹੁੰਦੀਆਂ ਆ, ਜ਼ਿਆਦਾਤਰ ਨਹੀਂ ਕਾਮਨ ਹੈਗੀਆਂ। ਫਿਰ ਜਿਹੜੀ ਸੈਕਿੰਡ ਟਾਈਪ ਹੈਗੀ ਆ ਆਪੋਜ਼ਿਟ ਫਿਲੋਟੈਕਸੀ। ਪਹਿਲੀ ਸੀ ਆਲਟਰਨੇਟ, ਸੈਕਿੰਡ ਆਪੋਜ਼ਿਟ ਫਿਲੋਟੈਕਸੀ। ਹੁਣ ਆਪੋਜ਼ਿਟ ਦਾ ਮਤਲਬ ਇੱਥੇ ਤਾਂ ਤੁਹਾਨੂੰ ਕਲੀਅਰ ਡਿਫਰੈਂਸ ਇੱਥੇ ਦਿਖ ਹੀ ਰਿਹਾ ਆ ਕਿ ਇੱਧਰ ਲੀਫ ਆ, ਇੱਧਰ ਸੇਮ ਜਗ੍ਹਾ 'ਤੇ ਦੋਨੋਂ ਪਾਸੇ ਲੀਫ ਲੱਗੀਆਂ ਹੋਣੀਆਂ ਆ। ਇਹ ਵੀ ਕਈ ਤਰ੍ਹਾਂ ਦੀ ਆ। ਫਸਟ ਇਜ਼ ਆਪੋਜ਼ਿਟ ਸੁਪਰਪੋਜ਼ਡ। ਸੁਪਰਪੋਜ਼ ਦਾ ਮਤਲਬ ਇੱਕ ਦੂਸਰੇ ਦੇ ਉੱਪਰ ਲੀਵਸ ਆਪੋਜ਼ਿਟ ਤਾਂ ਅਰੇਂਜ ਹੋਣੀਆਂ ਆ, ਪਰ ਇੱਕ ਪਾਸੇ ਦੀਆਂ ਮਤਲਬ ਹਰ ਪਾਸੇ ਦੀ ਜਿਹੜੀ ਲੀਫ ਆ ਉਹ ਇੱਕ ਦੂਸਰੇ ਦੇ ਉੱਪਰ ਲੱਗੀ ਹੋਣੀ ਆ। ਸੁਪਰਪੋਜ਼ਡ ਹੋਣੀ ਆ ਮਤਲਬ ਇੱਕ ਦੂਸਰੇ ਨੂੰ ਟੱਚ ਕਰਦੀ ਆ। ਦੇਖੋ, ਜੇ ਗਾਵਾ ਅਮਰੂਦ ਦਾ ਪੇੜ ਤੁਹਾਡੇ ਘਰ ਹੈਗਾ ਆ ਤਾਂ ਤੁਸੀਂ ਹੁਣੇ ਹੀ ਦੇਖ ਸਕਦੇ ਹੋ, ਜਾ ਕੇ ਨਹੀਂ ਤਾਂ ਆਲੇ ਦੁਆਲੇ ਹੁਣ ਗੁਆਂਢ ਚੈੱਕ ਕਰ ਲਿਓ। ਫਿਰ ਨੈਕਸਟ ਇਜ਼ ਆਪੋਜ਼ਿਟ ਡੈਕਿਊਸੇਟ। ਆਪੋਜ਼ਿਟ ਡੈਕਿਊਸੇਟ ਦਾ ਮਤਲਬ ਲੀਵਸ ਤਾਂ ਆਪੋਜ਼ਿਟਲੀ ਹੀ ਲੱਗਣੀਆਂ ਆ, ਪਰ ਲੀਫ ਜਿਹੜੀ ਆ ਆਪੋਜ਼ਿਟ ਇੱਦਾਂ ਕਿ ਆ ਦੇਖੋ ਇੱਕ ਦੂਸਰੇ ਦੇ ਉੱਪਰ ਇੱਕ ਪਾਸੇ ਦੀ ਜਿਹੜੀ ਲੀਫ ਆ ਉਹ 90 ਡਿਗਰੀ ਦਾ ਐਂਗਲ ਜਿਹੜਾ ਬਣਾਉਣਾ ਆ, ਔਰ ਇਹ ਡੈਫੀਨੇਟ ਮੈਨਰ 'ਚ ਲੱਗੀਆਂ ਹੁੰਦੀਆਂ ਲੀਵਸ ਜਿਹੜੀਆਂ ਆ। ਮਤਲਬ ਇੱਕ ਸੀਕੁਐਂਸ ਐ ਨਹੀਂ ਹੈਗਾ ਕਿ ਕੋਈ ਕਿਤੇ ਲੱਗੀ ਹੋਏਗੀ ਕੋਈ ਕਿਤੇ ਲੱਗੀ ਹੋਏਗੀ। 1 ਪੇਅਰ ਆਫ ਲੀਵਸ ਜਿਹੜੀ ਆ, ਇੱਕ ਪਾਸੇ ਦੀਆਂ ਲੀਵਸ ਜਿਹੜੀਆਂ ਉਹ ਐਟ ਰਾਈਟ ਐਂਗਲ ਟੂ ਦਾ ਨੈਕਸਟ ਅਪਰ ਔਰ ਲੋਅਰ ਪੇਅਰ ਆਫ ਲੀਵਸ। ਤਾਂ ਇਹਦੇ ਵਿੱਚ ਸਾਨੂੰ ਕਲੀਅਰ ਦਿਖ ਰਿਹਾ ਹੈ ਕਿ ਇੱਕ ਪਾਸੇ ਦੀ ਲੀਫ ਜਿਹੜੀ ਆ 90 ਡਿਗਰੀ ਦਾ ਐਂਗਲ ਬਣਾਉਗੀ ਰਾਈਟ ਐਂਗਲ ਦਾ, ਦੂਜੇ ਪਾਸੇ ਦੀ ਆਪੋਜ਼ਿਟ ਤਾਂ ਪ੍ਰੈਜ਼ੈਂਟ ਹੀ ਹੈ ਇਸ ਤਰ੍ਹਾਂ। ਫਿਰ ਜੇ ਅਸੀਂ ਗੱਲ ਕਰੀਏ ਟਰਨੇਟ ਦੀ, ਟਰਨੇਟ 'ਚ ਬੇਟਾ ਕੁਛ ਨਹੀਂ ਹੈਗਾ। ਆ ਨੋਡ ਆ, ਨੋਡ ਤੋਂ 3 ਲੀਵਸ ਨਿਕਲਣਗੀਆਂ, ਸੇਮ ਜਗ੍ਹਾ ਤੋਂ 3 ਲੀਵਸ ਨਿਕਲਣੀਆਂ ਆ, ਔਰ ਐਂ ਲੱਗੂਗਾ ਕਿ ਤਿੰਨੋਂ ਆਪਸ 'ਚ ਆ ਕੇ ਜੁੜਦੀਆਂ ਆ ਉਹਨੂੰ ਇੱਕ ਪੁਆਇੰਟ 'ਤੇ, ਉਹਨੂੰ ਆਪਾਂ ਕਹਿੰਦੇ ਆ ਟਰਨੇਟ। ਔਰ ਫਿਰ ਵਰਲ ਜਿਹੜੀ ਲੀਵਸ ਆ ਉਹ ਤਾਂ ਆਪਾਂ ਨੂੰ ਕਲੀਅਰ ਹੀ ਆ ਕਿ ਨੋਡ ਤੋਂ ਇੱਕ ਜਗ੍ਹਾ ਤੋਂ ਹੀ ਆਲੇ ਦੁਆਲੇ ਆਪੋਜ਼ਿਟਲੀ ਲੀਵਸ ਨਿਕਲਣਗੀਆਂ, ਪਰ ਗਰੁੱਪਸ 'ਚ। ਪਿੱਛੇ ਜਿੱਦਾਂ ਇਹਦੇ ਵਿੱਚ 3 ਲੀਵਸ ਨਿਕਲਦੀਆਂ, ਇਹਦੇ ਵਿੱਚ ਗਰੁੱਪ ਆਫ ਲੀਵਸ ਨਿਕਲਦੇ ਆ। ਇਹਨੂੰ ਆਪਾਂ ਕਹਿੰਦੇ ਆ ਵਰਲਡ ਫਿਲੋਟੈਕਸੀ। ਫਿਰ ਜਿਹੜਾ ਇੰਪੋਰਟੈਂਟ ਟੌਪਿਕ ਹੈ ਬੇਟਾ ਉਹ ਹੈਗਾ ਵਿਨੇਸ਼ਨ। ਵਿਨੇਸ਼ਨ ਦਾ ਮਤਲਬ ਹੁੰਦਾ ਆ ਕਿ ਜਿਹੜਾ ਅਸੀਂ ਆਹ ਪੜ੍ਹਦੇ ਹਾਂ ਕਿ ਵੇਨ ਆ, ਵੇਨਲੈਟਸ ਆ, ਤਾਂ ਇਹਨਾਂ ਦਾ ਇਹ ਕਿੱਦਾਂ ਲੱਗੀਆਂ ਹੋਈਆਂ ਆ, ਕਿੱਦਾਂ ਵੇਨਸ ਨਿਕਲ ਰਹੀਆਂ ਆ, ਇਹਨੂੰ ਆਪਾਂ ਕਹਿੰਦੇ ਆ ਵਿਨੇਸ਼ਨ ਆਫ ਲੀਵਸ। Distribution pattern of vein and wavelets in the lamina of leaf is called as venation। ਤਾਂ ਇਹ ਵੀ ਇੰਪੋਰਟੈਂਟ ਆ। ਪਹਿਲਾਂ ਅਸੀਂ ਪੜ੍ਹਨਾ ਰੈਟੀਕੂਲੇਟ ਵਿਨੇਸ਼ਨ, ਮਤਲਬ ਵੇਨਲੈਟਸ ਆਰ ਇਰੈਗੂਲਰਲੀ ਡਿਸਟਰੀਬਿਊਟਡ ਟੂ ਫਾਰਮ ਅ ਨੈਟਵਰਕ। ਆ ਜਿਹੜੀ ਅੰਦਰ ਵੇਨਲੈਟਸ ਆ ਇਹ ਇਸ ਤਰ੍ਹਾਂ ਲੱਗੀਆਂ ਹੋਣ ਕਿ ਇੱਕ ਜਿੱਦਾਂ ਫੋਨ ਦੀ ਤਾਰਾਂ ਦਾ ਜਾਲ ਬਣਿਆ ਹੁੰਦਾ ਆ, ਉਹਨੂੰ ਆਪਾਂ ਕਹਿੰਦੇ ਆ ਰੈਟੀਕੂਲੇਟ ਵਿਨੇਸ਼ਨ। ਹੁਣ ਜੇ ਤੁਸੀਂ ਬਨਾਨਾ ਦਾ ਲੀਫ ਦੇਖੀ ਹੋਵੇ ਬਨਾਨਾ ਦੀ, ਤਾਂ ਇਸ ਤਰ੍ਹਾਂ ਪੈਰਲਲ ਵਿਨੇਸ਼ਨ ਹੁੰਦਾ ਹੈ ਉਹਦੇ ਵਿੱਚ, ਉਹ ਹੋ ਗਈ ਪੈਰਲਲ ਵਿਨੇਸ਼ਨ। ਤਾਂ ਆਪਾਂ ਦੋਨੋਂ ਪੜ੍ਹਨੇ ਆ। ਹੁਣ ਰੈਟੀਕੂਲੇਟ ਵੀ ਅਲੱਗ-ਅਲੱਗ ਤਰ੍ਹਾਂ ਦੀ ਆ, ਯੂਨੀਕੋਸਟੇਟ, ਮਲਟੀਕੋਸਟੇਟ। ਯੂਨੀਕੋਸਟੇਟ ਇਟ ਹੈਜ਼ ਓਨਲੀ 1 ਪ੍ਰਿੰਸੀਪਲ ਵੇਨ, ਮਤਲਬ ਇੱਕ ਆਹ ਮੇਨ ਵੇਨ ਹੋਏਗੀ ਅਤੇ ਉਹਨੂੰ ਪ੍ਰਿੰਸੀਪਲ ਵੇਨ ਜਾਂ ਮੇਨ ਵੇਨ ਇੱਕੋ ਹੀ ਗੱਲ ਹੈ। ਵਿਚ ਐਕਸਟੈਂਡਸ ਫਰੋਮ ਇਟਸ ਬੇਸ ਟੂ ਅਪੈਕਸ। ਬੇਸ ਤੋਂ ਲੈ ਕੇ ਅਪੈਕਸ ਤੱਕ ਇਹ ਇੱਕ ਫੈਲੀ ਹੋਏਗੀ। ਮੇਨ ਵੇਨ ਗਿਵਸ ਲੇਟਰਲ ਬ੍ਰਾਂਚਿਸ ਟੂ ਮੇਕ ਅ ਨੈਟਵਰਕ। ਹੁਣ ਇਸ ਹੀ ਵੇਨ ਤੋਂ ਇਸ ਤਰ੍ਹਾਂ ਸਾਈਡਾਂ 'ਤੇ ਨਿਕਲੀ ਹੋਏਗੀ ਵੇਨਸ ਕਿ ਨੈਟਵਰਕ ਬਣਿਆ ਹੋਏਗਾ ਤਾਰਾਂ ਦਾ ਜਾਂ ਵੇਨਲੈਟਸ ਦਾ। ਪਿੱਪਲ ਦੀ ਲੀਫ ਦੇ ਵਿੱਚ ਅਸੀਂ ਇਹ ਮੈਂਗੋ ਲੀਫ 'ਚ ਇਹ ਕਲੀਅਰ ਕੱਟ ਦੇਖਦੇ ਹਾਂ।
ਤਾਂ ਅੱਗੇ ਡਾਇਗਰਾਮ ਹੈਗੇ ਆ, ਦੇਖੋ ਆ ਫਸਟ ਜਿਹੜਾ ਹੈਗਾ ਆ ਇਹ ਯੂਨੀਕੋਸਟੇਟ, ਆ ਪਿੱਪਲ ਦੀ ਟਰੀ ਆ। ਕਨਵਰਜੈਂਟ ਮਤਲਬ ਇੱਕ ਪੁਆਇੰਟ ਤੋਂ ਵੇਨਸ ਜਿਹੜੀਆਂ ਆ ਵੇਨਲੈਟਸ ਉੱਪਰ ਨੂੰ ਨਿਕਲ ਰਹੀਆਂ ਆ, ਇਹਨੂੰ ਅਸੀਂ ਕਹਿੰਦੇ ਆ ਕਨਵਰਜੈਂਟ। ਡਾਇਵਰਜੈਂਟ ਇੱਦਾਂ ਲੀਫ ਜਿਹੜੀ ਆ ਇੱਕ ਮੇਨ ਆ, ਫਿਰ ਇਹ ਤੋਂ ਬਹੁਤ ਸਾਰੀ ਵੇਨਲੈਟਸ ਜਿਹੜੀਆਂ ਨਿਕਲ ਰਹੀਆਂ ਆ, ਨੈਟਵਰਕ ਫਾਰਮ ਕਰ ਰਹੀਆਂ, ਇਹ ਹੋ ਗਈ ਡਾਇਵਰਜੈਂਟ। ਔਨ ਦਾ ਅਦਰ ਹੈਂਡ ਪੈਰਲਲ ਜੇ ਅਸੀਂ ਦੇਖੀਏ ਤਾਂ ਇਹ ਇੱਕ ਮੇਨ ਵੇਨ ਆ ਜਾਂ ਮੇਨ ਐਕਸਸ, ਇਹ ਤੋਂ ਬਹੁਤ ਸਾਰੀਆਂ ਵੇਨਸ ਪੈਰਲਲੀ, ਆ ਪੈਰਲਲ ਓਰੀਜਨ ਤੁਹਾਨੂੰ ਦਿਖ ਰਿਹਾ ਆ। ਕਨਵਰਜੈਂਟ 'ਚ ਵੀ ਪੈਰਲਲੀ ਅਰੇਂਜਡ ਆ, ਅਤੇ ਡਾਇਵਰਜੈਂਟ 'ਚ ਜਿਹੜੀ ਆ ਦੇਖੋ ਇਸ ਤਰ੍ਹਾਂ ਲੀਫ ਕੱਟਿਓ ਵੱਡੀਆਂ ਹੋਣੀਆਂ, ਉਹਦੇ ਵਿੱਚ ਬਹੁਤ ਸਾਰੀ ਜਿਹੜੀਆਂ ਵੇਨਲੈਟਸ ਆ ਉਹ ਨਿਕਲ ਰਹੀਆਂ ਆ, ਠੀਕ ਹੈ, ਪੂਰੀ ਲੀਫ 'ਚ ਫੈਲੀਆਂ ਹੋਈਆਂ। ਪਰ ਇਹਨਾਂ ਨੇ ਜਿਹੜੀ ਪੈਰਲਲ ਔਰ ਰੈਟੀਕੂਲੇਟ, ਇਹਨਾਂ ਨੇ ਨੈਟਵਰਕ ਜਾਲਾ ਬਣਾ ਦੇਣਾ ਆ, ਇਹਨਾਂ ਨੇ ਜਾਲਾ ਨਹੀਂ ਬਣਾਉਣਾ, ਸਾਰੀਆਂ ਪੈਰਲਲੀ ਅਰੇਂਜ ਹੋਣੀਆਂ, ਬਸ ਇਹੀ ਇੱਕ ਫ਼ਰਕ ਦੋਨਾਂ 'ਚ ਹੈਗਾ ਆ। ਫਿਰ ਇਹਨਾਂ ਦੇ ਐਗਜ਼ਾਮਪਲਸ ਜ਼ਰੂਰ ਤੁਸੀਂ ਯਾਦ ਰੱਖਣੇ ਆ, ਜਿਵੇਂ ਪੈਰਲਲ ਵਿਨੇਸ਼ਨ, ਯੂਨੀਕੋਸਟੇਟ, ਉਹ ਹੋਇਆ ਬਨਾਨਾ ਦੇ ਵਿੱਚ। ਤਾਂ ਇਹ ਇੰਪੋਰਟੈਂਟ ਆ ਬੇਟਾ, ਇਹ ਤੋਂ ਤੁਸੀਂ ਯਾਦ ਰੱਖਣਾ ਆ। ਹੁਣ ਜਿਵੇਂ ਕਨਵਰਜੈਂਟ ਦਾ ਮੀਨਿੰਗ ਕੀ ਹੁੰਦਾ, ਮੇਨ ਵੇਨ ਕਨਵਰਜ ਟੂਵਰਡਸ ਦਾ ਅਪੈਕਸ, ਹੈ ਨਾ। ਆ ਜਿਹੜੀ ਮੇਨ ਵੇਨ ਆ ਇਹ ਇੱਕੋ ਹੀ ਵੇਨ ਇੱਦਾਂ ਕਨਵਰਜ ਹੋ ਰਹੀ ਹੈ, ਮਤਲਬ ਇੱਕ ਵੇਨ ਤੋਂ ਬਹੁਤ ਸਾਰੀਆਂ ਫਿਰ ਵੇਨਸ ਜਿਹੜੀਆਂ ਆ ਵੇਨਲੈਟਸ ਉਹ ਨਿਕਲ ਰਹੀਆਂ ਆ। ਔਰ ਜਿਹੜੀ ਡਾਇਵਰਜੈਂਟ ਆ, ਮੇਨ ਵੇਨਸ ਡਾਇਵਰਜ ਟੂ, ਆ ਮੇਨ ਵੇਨ ਆ ਇਹ ਤੋਂ ਵੇਨ, ਫਿਰ ਇਹ ਤੋਂ ਅੱਗੇ ਹੋਰ ਵੇਨਲੈਟਸ ਨਿਕਲ ਰਹੀਆਂ, ਪੂਰਾ ਜਾਲਾ ਬਣਾ ਰਹੀਆਂ ਆ, ਇਹ ਹੋ ਗਿਆ ਡਾਇਵਰਜੈਂਟ। ਮਲਟੀਕੋਸਟੇਟ ਦਾ ਮਤਲਬ ਕੀ ਹੁੰਦਾ, ਲੀਫ ਲੈਮੀਨਾ possesses several main veins which run parallel to each other। ਮਲਟੀਕੋਸਟੇਟ ਪੈਰਲਲ ਵਿਨੇਸ਼ਨ ਇਹ ਦੋ ਤਰ੍ਹਾਂ ਦੀ ਆ, ਮਤਲਬ ਬਹੁਤ ਸਾਰੀ ਮੇਨ ਵੇਨਸ ਇਹ 'ਚ ਹੋ ਸਕਦੀਆਂ ਆ, ਫਿਰ ਅੱਗੇ ਉਹਨਾਂ ਤੋਂ ਹੋਰ ਵੇਨਲੈਟਸ ਨਿਕਲਣੀਆਂ ਆ ਅਤੇ ਉਹ ਪੈਰਲਲੀ ਰਨ ਕਰਨੀਆਂ ਥਰੂ ਆਊਟ ਦਾ ਲੀਫ। ਇਹਦੇ ਵਿੱਚ ਪੈਰਲਲੀ ਰਨ ਕਰਨੀਆਂ ਆ ਅਤੇ ਉੱਪਰ ਵਾਲੇ 'ਚ ਉਹਨਾਂ ਨੇ ਨੈਟਵਰਕ ਫਾਰਮ ਕਰਨਾ ਆ। ਫਿਰ ਬੇਟਾ ਲੀਫ ਇਨਸੀਸ਼ਨ। ਲੀਫ ਇਨਸੀਸ਼ਨ ਦਾ ਮਤਲਬ ਕਿ ਲੀਵਸ ਕਿੰਨੇ ਤਰ੍ਹਾਂ ਦੀਆਂ ਆ। ਲੀਫ ਇਜ਼ ਸੈਡ ਟੂ ਬੀ ਸਿੰਪਲ ਵੈਨ ਇਟਸ ਲੈਮੀਨਾ ਇਜ਼ ਇੰਟਾਇਰ, ਅਨਡਿਵਾਈਡਡ ਔਰ ਇਨਸਾਈਜ਼ਡ। ਇਨਸਾਈਡਸ ਦਾ ਮਤਲਬ ਕਿ ਜਿੱਦਾਂ ਲੀਫ ਉੱਪਰ ਕੱਟਿਓ ਵੱਡੀ ਹੋਈ ਆ, ਲੋਬ ਆ ਦੇਖੋ ਉੱਪਰ, ਇਹਨੂੰ ਅਸੀਂ ਇਨਸੀਸ਼ਨ ਕਹਿੰਦੇ ਹਾਂ। ਅਗਰ ਲੀਫ ਪੂਰੀ ਇਸ ਤਰ੍ਹਾਂ ਇੰਟਾਇਰ ਲੈਮੀਨਾ ਕਿਤੋਂ ਕੱਟਿਓ ਵੱਡੀਓ ਨਹੀਂ ਹੈਗੀ, ਉਹ ਹੋ ਗਈ ਸਿੰਪਲ ਲੀਫ। ਅਗਰ ਲੀਫ ਲੋਬਡ ਆ, ਕੱਟਿਓ ਵੱਡੀ ਹੋਇਆ, ਉਹ ਹੋ ਗਈ ਕੰਪਾਊਂਡ ਲੀਫ। ਤਾਂ ਅੱਗੇ ਡਾਇਗਰਾਮ ਤੋਂ ਤੁਹਾਨੂੰ ਕਲੀਅਰ ਹੋ ਜਾਣਾ ਆ। ਆ ਫਸਟ ਵਾਲੀ ਜਿਹੜੀ ਆ ਸਿੰਪਲ ਲੀਫ ਹੈ, ਇਹਦਾ ਤਾਂ ਕੋਈ ਉਹ ਚੱਕਰ ਹੀ ਨਹੀਂ ਹੈਗਾ, ਇਹ ਤੁਹਾਨੂੰ ਕਲੀਅਰ ਸਮਝ ਆਣੀ ਆ। ਆ ਜਿਹੜੀ ਸੈਕਿੰਡ ਹੈਗੀਆਂ ਆ ਡਿਫਰੈਂਟ ਟਾਈਪਸ ਆਫ ਕੰਪਾਊਂਡ ਲੀਵਸ। ਹੁਣ ਅਸੀਂ ਦੇਖੋ ਆ ਜਿਹੜਾ ਇਹਨੂੰ ਛੋਟੇ ਜਿਹੇ ਪਾਰਟ ਨੂੰ ਅਸੀਂ ਵਿੰਗ ਕਹਿੰਦੇ ਆ, ਉੱਪਰ ਵਾਲੇ ਨੂੰ ਪੂਰੇ ਨੂੰ ਨਾਰਮਲ ਲੀਫਲੈਟ ਕਹਿ ਦਿੰਦੇ ਆ। ਅਤੇ ਆ ਯੂਨੀਫੋਲੀਏਟ ਇੱਕੋ ਹੀ ਲੋਬ ਆ, ਪਰ ਉਹ ਵੀ ਕੱਟਿਆ ਵੱਢਿਆ ਆ, ਇੰਟਾਇਰ ਮਾਰਜਿਨ ਨਹੀਂ ਹੈਗੀ, ਪਲੇਨ ਮਾਰਜਿਨ ਨਹੀਂ ਹੈਗੀ, ਇਹ ਤਾਂ ਕੰਪਾਊਂਡ ਲੀਫ ਆ। ਫਿਰ ਬਾਈਫੋਲੀਏਟ 2 ਲੋਬਡ, 3 ਲੋਬਡ, 4 ਲੋਬਡ, 5 ਲੋਬਡ। ਆ ਅੱਗੇ ਲੋਬਸ ਤੋਂ ਵੀ ਦੇਖੋ ਕਿੰਨੇ ਇਸ ਤਰ੍ਹਾਂ ਦੇ ਕੱਟ ਵੱਡੀ ਹੋਈ ਆ ਲੀਫ, ਇਹ ਹੋ ਗਈ ਡੀ ਕੰਪਾਊਂਡ। ਆ ਹੋ ਗਈ ਬਾਈਪਾਈਨੇਟ, ਮਤਲਬ ਮੇਨ ਬ੍ਰਾਂਚ ਆ, ਉਹਦੇ ਤੋਂ ਹੋਰ ਬ੍ਰਾਂਚ, ਫਿਰ ਉਹ ਤੋਂ ਅੱਗੇ ਹੋਰ ਬ੍ਰਾਂਚਿੰਗ, ਫਿਰ ਹੋਰ ਬ੍ਰਾਂਚਿੰਗ, ਫਿਰ ਲੀਵਸ ਲੱਗੀਆਂ ਹੋਈਆਂ। ਤਾਂ ਇਹ ਟਰਾਈਪਾਈਨੇਟ। ਆ ਬਾਈਪਾਈਨੇਟ 'ਚ 2 ਬ੍ਰਾਂਚਿਸ, ਅੱਗੇ ਟਵਿਗਸ, ਫਿਰ ਲੀਫ ਲੱਗੀਆਂ ਹੋਈਆਂ। ਇੰਪੈਰੀਪਾਈਨੇਟ ਆ, ਮੇਨ ਬ੍ਰਾਂਚ ਦੇ ਟਿਪ 'ਤੇ ਵੀ ਲੀਫ ਆ, ਸਾਈਡਾਂ ਤੋਂ ਵੀ ਲੀਵਸ ਨਿਕਲ ਰਹੀਆਂ ਆ। ਆਹ ਪੈਰੀਪਾਈਨੇਟ, ਟਿਪ 'ਤੇ ਨਹੀਂ ਲੀਫ ਹੋਣੀ, ਪਰ ਆਲਟਰਨੇਟਲੀ ਲੀਵਸ ਜਿਹੜੀਆਂ ਆ ਇਹ ਆਲੇ ਦੁਆਲੇ ਲੀਵਸ ਜਿਹੜੀਆਂ ਉਹ ਲੱਗੀਆਂ ਹੋਈਆਂ ਆ।
ਤਾਂ ਇਹ ਸੀਗੀਆਂ ਪਾਈਨੇਟਲੀ ਯੂਨੀਪਾਈਨੇਟਲੀ ਕੰਪਾਊਂਡ। ਯੂਨੀ ਮਤਲਬ ਸਿੰਗਲ, ਪਾਈਨੇਟ ਮਤਲਬ ਡਿਵਾਈਡਡ ਹੋਏ, ਲੋਬਡ ਜਾਂ ਫਿਰ ਡਿਵੀਜ਼ਨ ਹੋਈ ਹੋਈ ਲੀਵਸ। ਇਨਸੀਸ਼ਨ ਵੀ ਕਹਿੰਦੇ ਆ ਡਿਵੀਜ਼ਨ ਨੂੰ। ਫਿਰ ਬੇਟਾ ਫੰਕਸ਼ਨਸ ਆਫ ਲੀਫ ਆਪਾਂ ਨੂੰ ਪਤਾ ਹੀ ਆ, ਫੋਟੋਸਿੰਥੇਸਿਸ, ਫੂਡ ਪ੍ਰਪੇਅਰ ਕਰਦੇ ਆ, ਪ੍ਰੋਟੈਕਟ ਕਰਦੀਆਂ ਆ ਇਹ, ਹੈ ਨਾ। ਦੈਨ ਕੰਡਕਸ਼ਨ ਆਫ ਵੈਸਕੂਲਰ ਬੰਡਲਸ ਜਿਹੜੇ ਇਹ 'ਚ ਪ੍ਰੈਜੈਂਟ ਹੁੰਦੇ ਆ, ਵੇਨਸ, ਪੀਟਿਓਲਸ, ਦੇ ਸਰਵ ਦਾ ਫੰਕਸ਼ਨ ਆਫ ਟਰਾਂਸਲੋਕੇਸ਼ਨ ਆਫ ਆਰਗੈਨਿਕ ਫੂਡ। ਲੀਵਸ ਦੇ ਅੱਪਰ ਲੋਅਰ ਸਰਫੇਸ 'ਤੇ ਸਟੋਮੈਟਾ ਪ੍ਰੈਜੈਂਟ ਹੁੰਦੇ ਆ, ਉਹ ਵੀ ਅਸੀਂ ਪੜ੍ਹ ਚੁੱਕੇ ਹਾਂ ਗੈਸ਼ੀਅਸ ਐਕਸਚੇਂਜ ਲਈ। ਤਾਂ ਇਹ ਸਾਰੇ ਫੰਕਸ਼ਨ ਹੈਗੇ ਆ। ਪ੍ਰਾਇਮਰੀ ਔਰ ਸੈਕੰਡਰੀ ਫੰਕਸ਼ਨਸ, ਪ੍ਰਾਇਮਰੀ ਇਹ ਸੀਗੇ। ਸੈਕੰਡਰੀ ਫੰਕਸ਼ਨ 'ਚ ਸਟੋਰੇਜ, ਸਕੂਲੈਂਟ ਲੀਵਸ, ਸਮ ਜ਼ੀਰੋਫਿਟਿਕ ਪਲਾਂਟ ਜਿੱਦਾਂ ਐਲੋਵੇਰਾ ਵਗੈਰਾ, ਇਹਨਾਂ 'ਚ ਇਹ ਫੂਡ ਸਟੋਰ ਕਰਕੇ ਰੱਖ ਲੈਂਦੀਆਂ ਆ ਡਿਊਰਿੰਗ ਡਰੌਟ। ਫਿਰ ਉਹ ਕੰਮ ਆਉਂਦਾ ਆ ਜਦੋਂ ਫੂਡ ਨਾ ਹੋਵੇ, ਨਿਊਟਰੀਐਂਟਸ ਨਾ ਹੋਣ। ਸਪੋਰਟ ਲਈ, ਨਾਈਟ੍ਰੋਜਨ, ਨਿਊਟ੍ਰੀਸ਼ਨ, ਰੀਪਰੋਡਕਸ਼ਨ 'ਚ। Fleshy leaves of bryophyllum develop adventitious buds in marginal, which serves as means of vegetative propagation. ਹੁਣ ਲੀਫ ਨੂੰ ਸਟੱਡੀ ਕਿਉਂ ਕਰਨਾ? ਟੈਕਸੋਨੋਮੀ ਲਈ ਇਹ ਸਭ ਤੋਂ ਜ਼ਰੂਰੀ ਹੈ। ਜਿਹੜੇ ਸਟੂਡੈਂਟਸ ਟੈਕਸੋਨੋਮੀ 'ਚ ਰਿਸਰਚ ਕਰਦੇ ਆ ਜਾਂ ਜਿਨ੍ਹਾਂ ਨੇ ਕਰਨੀ ਆ, ਉਹਨਾਂ ਲਈ ਇਹ ਜ਼ਰੂਰੀ ਆ। ਹਾਰਟੀਕਲਚਰਲਿਸਟ ਵਗੈਰਾ ਲਈ, ਹੈ ਨਾ। ਤੁਸੀਂ ਨਹੀਂ ਪੜ੍ਹਨਾ, ਤੁਹਾਡੇ ਲਈ ਜ਼ਿਆਦਾ ਨਹੀਂ ਇਹ ਇੰਪੋਰਟੈਂਟ ਹੈਗਾ, ਪਰ ਜਿਨ੍ਹਾਂ ਨੇ ਰਿਸਰਚ ਕਰਨੀ ਆ ਉਹਨਾਂ ਨੂੰ ਐਟਲੀਸਟ ਪਤਾ ਹੋਣਾ ਚਾਹੀਦਾ ਕਿਹੜੀ ਸ਼ੇਪ ਆ, ਕਿੱਦਾਂ ਲੱਗੇ ਹੋਏ ਆ, ਤਾਂ ਹੀ ਉਹ ਅੱਗੇ ਰਿਸਰਚ ਕਰੂਗੇ। ਸੋ ਫਰੋਮ ਰਿਸਰਚ ਪੁਆਇੰਟ ਆਫ ਵਿਊ, ਜਾਂ ਜਿਹਨੇ ਅੱਗੇ ਬੁੱਕ ਲਿਖਣੀ ਆ, ਉਹਨੂੰ ਸਾਰਿਆਂ ਨੂੰ ਉਹਨਾਂ ਲਈ ਇਹ ਜ਼ਰੂਰੀ ਹੁੰਦਾ ਹੈ ਹਾਇਰ ਸਟੱਡੀਜ਼ ਲਈ, ਨੌਲੇਜ ਆਫ ਲੀਫ। ਫਿਰ ਜੇ ਅਸੀਂ ਡਿਵੈਲਪਮੈਂਟ ਆਫ ਗੱਲ ਕਰੀਏ ਤਾਂ ਸ਼ੂਟ ਅਪੈਕਸ ਤੋਂ ਇਹ ਡਾਇਰੈਕਟਲੀ ਅਰਾਈਜ਼ ਹੁੰਦੀ ਆ। ਆਹ ਸ਼ੂਟ ਅਪੈਕਸ ਆ। ਹੁਣ ਸ਼ੂਟ ਅਪੈਕਸ ਦੇ ਸੈਲਸ ਜਿਹੜੇ ਉਹ ਮੈਰਿਸਟੈਮੈਟਿਕ ਹੁੰਦੇ ਆ। ਤਾਂ ਸ਼ੂਟ ਜਿਹੜਾ ਹੌਲੀ ਹੌਲੀ ਬਾਹਰ ਨੂੰ ਆਊਟ ਗਰੋਥ ਜਾਂ ਬਾਹਰ ਨੂੰ ਹਲਕਾ ਜਿਹਾ ਪ੍ਰੋਟਰੂਡ ਕਰਦਾ ਹੈ, ਕਿਉਂਕਿ ਮੈਰਿਸਟੈਮੈਟਿਕ ਆ। ਤਾਂ ਉਹ ਜਿਹੜਾ ਛੋਟੀ ਆਊਟ ਗਰੋਥ ਬਣਦੀ ਆ, ਉਹ ਹੋ ਗਿਆ ਲੀਫ ਪ੍ਰਾਈਮੋਰਡੀਅਮ, ਮਤਲਬ ਓਰੀਜਨ ਆਫ ਲੀਫ ਜਾਂ ਪੁਆਇੰਟ ਆਫ ਓਰੀਜਨ ਆਫ ਲੀਫ। ਫਿਰ ਉੱਤੋਂ ਹੀ ਅੱਗੇ ਪੂਰੀ ਲੀਫ ਜਿਹੜੀ ਆ ਉਹ ਬਣ ਜਾਂਦੀ ਆ। ਅਤੇ ਦੈਨ ਹੈਗਾ ਆ ਬੇਟਾ ਇੰਟਰਨਲ ਔਰਗਨਾਈਜੇਸ਼ਨ ਆਫ ਲੀਫ। ਅਸੀਂ ਹਰ ਚੈਪਟਰ 'ਚ ਪੜ੍ਹ ਚੁੱਕੇ ਹਾਂ। ਮੈਂ ਪੂਰੀ ਬੁੱਕ ਦੀ ਵੀ ਫੋਟੋ ਕਾਪੀ ਨਹੀਂ ਇੱਥੇ ਲਗਾਈ ਹੈਗੀ, ਬਿਕੋਜ਼ ਵੀ ਹੈਵ ਆਲਰੇਡੀ ਰੈਡ ਇਟ। ਆਊਟਰਮੋਸਟ ਲੇਅਰ ਜਿਹੜੀ ਅਪਰ ਮੋਸਟ ਉਹ ਕਿਊਟੀਕਲ, ਉੱਤੋਂ ਨੀਚੇ ਇਪੀਡਰਮਿਸ, ਫਿਰ ਮੀਜ਼ੋਫਿਲ ਸੈਲਸ, ਬੰਡਲ ਸ਼ੀਟ ਸੈਲਸ, ਆ ਦੇਖੋ ਵੈਸਕੂਲਰ ਬੰਡਲਸ, ਫਲੋਇਮ, ਜ਼ਾਈਲਮ, ਅਤੇ ਨੀਚੇ ਵਾਲੇ ਸਰਫੇਸ 'ਤੇ ਸਟੋਮੈਟਾ, ਕਈ ਵਾਰ ਦੋਨੋਂ ਅਪਰ ਐਂਡ ਲੋਅਰ 'ਤੇ ਵੀ ਸਟੋਮੈਟਾ ਹੁੰਦੇ ਆ। ਪੈਰਨਕਾਈਮੇਟਸ ਸੈਲਸ ਦੇ ਬਣੇ ਹੁੰਦੇ ਆ ਮੀਜ਼ੋਫਿਲ ਸੈਲਸ, ਹੈ ਨਾ, ਪੈਲੀਸੇਡ ਸੈਲਸ। ਤਾਂ ਇਹ ਆਪਾਂ ਬਾਰ-ਬਾਰ ਪੜ੍ਹ ਚੁੱਕੇ ਹਾਂ। ਹੁਣ ਇੰਟਰਨਲ ਸਟਰਕਚਰ ਆਫ ਲੀਫ ਤੁਸੀਂ ਮੋਨੋਕੋਟਸ 'ਚ ਪੜ੍ਹਨੀ ਹੈ ਇੱਕ ਡਾਇਗਰਾਮ, ਅਤੇ ਡਾਈਕੋਟਸ 'ਚ ਪੜ੍ਹਨੀ ਆ। ਇਹ ਸਟਰਕਚਰ ਤਾਂ ਸੇਮ ਹੀ ਆ, ਮਾੜਾ ਮੋਟਾ ਕੋਈ ਡਿਪੋਜੀਸ਼ਨ ਦਾ ਫਰਕ ਹੋਏਗਾ, ਬਾਕੀ ਕੁਛ ਨਹੀਂ ਹੈਗਾ। ਫਿਰ ਜਿਹੜਾ ਇੱਕ ਇੰਪੋਰਟੈਂਟ ਟੌਪਿਕ ਹੈਗਾ ਆ ਲੀਫ ਐਬਸੈਸ਼ਨ। ਲੀਫ ਐਬਸੈਸ਼ਨ ਦਾ ਮਤਲਬ ਹੁੰਦਾ ਆ ਲੀਫ ਫਾਲ। ਹੁਣ ਜੇ ਤਾਂ ਟਾਈਮ ਤੋਂ ਪਹਿਲਾਂ ਪੱਤੀਆਂ ਝੜ ਜਾਣ, ਉਹ ਤਾਂ ਕਿਸੇ ਬਿਮਾਰੀ ਕਾਰਨ ਝੜਨੀਆਂ। ਅਗਰ ਆਪਣੀ ਜਿਵੇਂ ਨੋਰਮਲ ਗਰੋਥ ਪਲਾਂਟਸ ਪੂਰੀ ਕਰਦੇ ਆ ਫਿਰ ਝੜਦੇ ਆ। ਜਿੱਦਾਂ ਹੁਣ ਬਜ਼ੁਰਗ ਹੋ ਕੇ ਆਪਣੀ ਪੂਰੀ ਉਮਰ ਭੋਗ ਕੇ ਅਗਰ ਬੰਦਾ ਮਰੇ ਤਾਂ ਉਹ ਨੈਚੁਰਲ ਡੈਥ ਹੋਈ। ਨੈਚੁਰਲ ਜਿਹੜੇ ਲੀਫ ਫਾਲ ਹੁੰਦੇ ਆ ਉਹਨੂੰ ਅਸੀਂ ਕਹਿੰਦੇ ਹਾਂ ਲੀਫ ਐਬਸੈਸ਼ਨ। ਹੁਣ ਬੇਟਾ ਲੀਫ ਐਬਸੈਸ਼ਨ ਜਿਹੜਾ ਆ ਉਹ ਹਰ ਪਲਾਂਟ ਦਾ ਕਰੈਕਟਰਿਸਟਿਕ ਆ, ਚਾਹੇ ਜਿਮਨੋਸਪਰਮ ਆ, ਟੈਰੀਡੋਫਾਈਟ ਆ, ਔਰ ਹੋਣਾ ਵੀ ਚਾਹੀਦਾ ਆ। ਇਹ ਇਹਨਾਂ ਦੀ ਗਰੋਥ ਲਈ ਅੱਛਾ ਹੁੰਦਾ ਆ। ਹੁਣ ਲੀਫ ਐਬਸੈਸ਼ਨ ਜਿਹੜਾ ਆ ਉਹ ਅਗਰ ਇਹਦਾ ਜਿਹੜੀ ਸਪੋਜ਼ ਇੱਥੋਂ ਲੀਫ ਝੜਨੀ ਆ, ਅਤੇ ਇਹ ਝੜਨ ਦਾ ਵੀ ਇੱਕ ਪ੍ਰੋਸੈਸ ਹੁੰਦਾ ਹੈ ਨੈਚੁਰਲੀ। ਮਤਲਬ ਇੱਕ ਲੇਅਰ ਇੱਥੇ ਡਿਵੈਲਪ ਹੋਏਗੀ ਪਹਿਲਾਂ, ਜਿਹਨੂੰ ਆਪਾਂ ਕਹਿੰਦੇ ਹਾਂ ਸੈਪਰੇਟ ਲੇਅਰ। ਉਹ ਸੈਪਰੇਟ ਹੁਣ ਆਹ ਮੰਨ ਲਓ ਬ੍ਰਾਂਚ ਆ, ਇੱਥੇ ਆਹ ਲੀਫ ਲੱਗੀ ਆ,
ਇੱਕਦਮ ਤਾਂ ਝੜੂਗੀ ਨਹੀਂ, ਹੌਲੀ ਹੌਲੀ ਕੀ ਹੋਣਾ, ਨੈਚੁਰਲੀ ਇੱਥੇ ਹਾਰਡ ਜਿਹੀ ਇੱਕ ਲੇਅਰ ਡਿਵੈਲਪ ਹੋਈ ਜਾਣੀ ਆ, ਉਹਨੇ ਸੈਪਰੇਟ ਕਰਨਾ ਆ ਲੀਫ ਨੂੰ ਫਰੋਮ ਰੈਸਟ ਆਫ ਦਾ ਪਾਰਟ ਆਫ ਦਾ ਪਲਾਂਟ ਜਾਂ ਟਰੀ। ਤੇ ਜਦੋਂ ਇਹ ਸੈਪਰੇਸ਼ਨ ਲੇਅਰ ਡਿਵੈਲਪ ਹੋਣੀ ਆ, ਉਹਦੇ ਨਾਲ ਹੀ ਥੱਲੇ ਇੱਕ ਲੇਅਰ ਹੋਰ ਡਿਵੈਲਪ ਹੋਣੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰੋਟੈਕਟਿਵ ਲੇਅਰ। ਤਾਂ ਇਮੀਡੀਏਟਲੀ ਜਦੋਂ ਲੀਫ ਝੜਨੀ ਆ ਲੇਅਰ ਨੀਚੇ ਡਿਵੈਲਪ ਹੋਈ ਹੁੰਦੀ ਆ। ਇਸ ਲੇਅਰ ਦਾ ਕੰਮ ਕੀ ਆ, ਜਿਹੜਾ ਪਾਰਟ ਤੋਂ ਲੀਫ ਟੁੱਟੀ ਆ ਉਸ ਪਾਰਟ ਨੂੰ ਐਕਸਪੋਜ਼ ਨਹੀਂ ਹੋਣ ਦੇਣਾ, ਜਾਂ ਉੱਥੇ ਇੱਕ ਤਰ੍ਹਾਂ ਦੀ ਕਵਰਿੰਗ ਢੱਕਣ ਬਣਾ ਲੈਣਾ ਤਾਂ ਕਿ ਕੋਈ ਇੰਜਰੀ ਨਾ ਹੋਵੇ, ਕੋਈ ਪੈਥੋਜਨ ਉੱਥੇ ਅਟੈਕ ਨਾ ਕਰ ਸਕੇ, ਪੂਰੇ ਟਰੀ ਨੂੰ ਹੋਰ ਨੁਕਸਾਨ ਨਾ ਪਹੁੰਚੇ, ਹੈ ਨਾ। ਇਹ ਲੀਫ ਫਾਲ ਹੋ ਗਿਆ। ਤੇ ਜਿਵੇਂ ਹੁਣ ਡੈਸੀਡੀਅਸ ਟਰੀ ਆ, ਪੱਤਝੜ ਜਦੋਂ ਆਉਂਦਾ ਆ, ਪੱਤੀਆਂ ਝੜਦੀਆਂ ਆ ਹੌਲੀ ਹੌਲੀ, ਫਿਰ ਜਦੋਂ ਇਹ ਸੈਪਰੇਟ ਲੇਅਰ ਜਾਂ ਫਿਰ ਜਿਹੜੀ ਪ੍ਰੋਟੈਕਟਿਵ ਲੇਅਰ ਆ ਉਹ ਥੋੜ੍ਹੀ ਜਿਹੀ ਕਹਿ ਲਓ ਕਿ ਹੋਰ ਜਦੋਂ ਟਾਈਮ ਹੋ ਜਾਂਦਾ ਆ, ਦੁਬਾਰਾ ਪੱਤੇ ਆਉਣ ਦਾ ਟਾਈਮ ਹੋ ਜਾਂਦਾ ਆ, ਤਾਂ ਉੱਥੇ ਆਊਟਗਰੋਥ ਇੱਕ ਡਿਵੈਲਪ ਹੁੰਦੀ ਆ, ਉਹਨੂੰ ਪ੍ਰੋਟੈਕਟਿਵ ਲੇਅਰ ਨੂੰ ਪੰਚਰ ਕਰਕੇ ਬਾਹਰ ਨਿਕਲਦੀ ਆ ਅਤੇ ਨਵੀਂ ਪੱਤੀ ਆ ਜਾਂਦੀ ਆ। ਤਾਂ ਇਹ ਲੀਫ ਫਾਲ ਦਾ ਪ੍ਰੋਸੈਸ ਆ। ਐਬਸੈਸ਼ਨ ਆਫ ਲੀਫ ਮੀਨਸ ਲੀਫ ਫਾਲ। ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।